ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਆਓ ਸੁਣਦੇ ਹਾਂ ਡਾਕਟਰ ਸਾਹਿਬ ਕੋਲੋਂ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਕਈ ਦਿਨਾਂ ਬਾਅਦ ਅਸੀਂ ਸੈਪਰੇਟ ਸੈਗਮੈਂਟ 'ਚ ਨੂੰ ਡਿਸਕਸ ਕਰ ਰਹੇ ਹਾਂ, ਨਹੀਂ ਤਾਂ ਵਿੱਚ ਹੀ ਉਹਨੂੰ ਸਾਰਾ ਕੁਝ ਮਿਕਸ ਹੋਇਆ ਰਹਿੰਦਾ ਸੀ ਜੀ। ਅੱਜ ਦਾ ਸ਼ਬਦ ਪੰਜਵੇਂ ਪਾਤਸ਼ਾਹ ਦਾ ਆਸਾ ਰਾਗ ਨਾਲ ਸੰਬੰਧਿਤ ਹੈ ਔਰ ਇਹ ਰੱਬ ਦੇ ਨਾਂ ਦੇ ਵਿੱਚ ਕਿੰਨੀ ਵਡਿਆਈ ਹੈ, ਕਿੰਨੀ ਬਰਕਤ ਹੈ, ਰੱਬ ਦੇ ਨਾਂ ਦਾ ਕਿੰਨਾ ਕ੍ਰਿਸ਼ਮਾ ਹੈ ਕਿ ਕਿੰਨੀ ਵੱਡੀ ਤਬਦੀਲੀ ਹੁੰਦੀ ਹੈ ਇਨਸਾਨੀ ਰੂਹ ਦੇ ਵਿੱਚ। ਔਰ ਫਿਰ ਉਸ ਤਬਦੀਲੀ ਦੀ ਬਦੌਲਤ ਈਵਨ ਸਮਾਜ ਦੀ, ਆਲੇ ਦੁਆਲੇ ਦੀ, ਮਾਸ਼ਰੇ ਦੀ, ਭਾਈਚਾਰੇ ਦੀ ਵੀ ਤੁਹਾਡੇ ਪ੍ਰਤੀ ਪਰਸੈਪਸ਼ਨ ਕਿਵੇਂ ਬਦਲਦੀ ਹੈ ਜੀ। ਔਰ ਇਹ ਸਾਰੀ ਗੁਰਬਾਣੀ ਜਾਂ ਜਿਹੜੀ ਵੀ ਰੂਹਾਨੀਅਤ ਦੀ ਗੱਲ, ਜਿਹੜੇ ਵੀ ਪੈਗੰਬਰ ਔਰ ਨਬੀ ਔਰ ਦੁਨੀਆ ਦੇ ਜਿਹੜੇ ਇਸ ਰਸਤਾ ਦਿਖਾਉਣ ਲਈ ਆਏ ਰਾਹਬਰ ਨੇ, ਉਹਨਾਂ ਨੇ ਕੀਤੀ। ਉਹਨਾਂ ਨੇ ਇਨਸਾਨ ਨੂੰ ਇਹੀ ਸਮਝਾਇਆ ਕਿ ਤੇਰਾ ਨੀਵਾਂ ਹੋਣਾ, ਜੇ ਸਮਾਜ ਨੇ ਤੈਨੂੰ ਨੀਵਾਂ ਕਿਹਾ ਤੇ ਇਹਦਾ ਮਤਲਬ ਨਹੀਂ ਹੈ ਵੀ ਤੂੰ ਨੀਵਾਂ ਜੀ। ਰੱਬ ਦੀਆਂ ਨਿਗਾਹਾਂ ਦੇ ਵਿੱਚ ਤੂੰ ਉਵੇਂ ਹੀ ਹੈ ਜਿਵੇਂ ਬਾਕੀ ਨੇ। ਔਰ ਜਦੋਂ ਭਗਤ ਰਵਿਦਾਸ ਜੀ, ਜਿਨ੍ਹਾਂ ਦਾ ਸੰਬੰਧ ਕਿਉਂਕਿ ਬ੍ਰਾਹਮਣਵਾਦ ਦੀ ਜ਼ਾਤ ਪਾਤੀ ਡਿਗਰੀ ਦੇ ਵਿੱਚ ਸ਼ੂਦਰ ਨੂੰ ਬਹੁਤ ਘਟੀਆ ਰੁਤਬਾ ਔਰ ਉਹਨਾਂ ਨੂੰ ਚਮਾਰ, ਜਿਹੜਾ ਚਮੜੇ ਦਾ ਕੰਮ ਕਰਨ ਵਾਲਾ, ਜਿਹੜਾ ਮਿੱਟੀ ਦਾ ਕਰਨ ਵਾਲਾ, ਘੁਮਿਆਰ, ਸੋਨੇ ਵਾਲੇ ਨੂੰ ਸੁਨਿਆਰ ਔਰ ਦੂਸਰੇ ਇਸ ਕਿਸਮ ਦੇ ਕੋਈ ਠਠਿਆਰ, ਔਰ ਇਹ ਜਿਹੜੇ ਸਾਰੇ ਸੀ ਇਹਨਾਂ ਨੂੰ ਬਹੁਤ ਨੀਵਾਂ ਮੰਨਿਆ ਜਾਂਦਾ ਸੀ। ਤੇ ਜਦੋਂ ਭਗਤ ਰਵਿਦਾਸ ਜੀ ਨੇ ਰੂਹਾਨੀਅਤ ਦੇ ਰਸਤੇ ਤੇ ਤੁਰਦਿਆਂ ਉੱਚਾ ਮੁਕਾਮ ਰੱਬ ਦੀ ਮੁਹੱਬਤ ਦਾ ਉਸ ਤੇ ਤੁਰੇ ਰੱਬ ਨੂੰ ਹਾਸਲ ਕੀਤਾ ਤੇ ਉਹਨਾਂ ਨੇ ਫਿਰ ਫਰਮਾਇਆ, ਐਸੀ ਲਾਲ ਤੁਝ ਬਿਨ ਕੌਣ ਕਰੇ, ਕਿ ਤੇਰੇ ਬਿਨਾ ਐਸਾ ਕੌਣ ਹੈ ਜਿਹੜਾ ਇਹ ਕਰ ਸਕਦਾ ਹੈ ਕਿ ਜਿਹੜਾ ਮੈਂ ਬਿਲਕੁਲ, ਜਿਸ ਨੂੰ ਕੋਈ ਨਹੀਂ ਸੀ ਪੁੱਛਦਾ, ਉਸ ਮੇਰੇ ਮੱਥੇ ਦੇ ਉੱਤੇ ਤੁਸੀਂ ਛਤਰ ਧਾਰ ਦਿੱਤਾ ਹੈ, ਮੈਨੂੰ ਤੁਸੀਂ ਜਿਹੜਾ ਹੈ ਉਹ ਇੰਨਾ ਉੱਚਾ ਰੁਤਬਾ ਦਿੱਤਾ ਹੈ ਕਿ ਵੀ ਇਹ ਤੂੰ ਹੀ ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਇਹ ਸਿਰਫ ਰੱਬ ਹੀ ਕਰ ਸਕਦਾ ਹੈ। ਔਰ ਇਹ ਸ਼ਬਦ ਅੱਜ ਦਾ ਇੱਥੋਂ ਹੀ ਸ਼ੁਰੂ ਹੁੰਦਾ ਹੈ। ਅਦਮ ਚੰਡਾਲੀ ਭਈ ਬ੍ਰਾਹਮਣੀ, ਸ਼ੂਦੀ ਤੇ ਸ੍ਰੇਸ਼ਟਾਈ ਰੇ, ਪਾਤਾਲੀ ਆਕਾਸ਼ੀ ਸਖਣੀ, ਲਹਿਬਰ ਬੂਝੀ ਖਾਈ ਰੇ, ਘਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇਖ ਡਰਾਈ ਰੇ, ਅੱਜ ਕੈ ਵਸ ਗੁਰ ਕੀਨੋ ਕਹਿਰ, ਕੂਕਰ ਤਿਨੈ ਲਗਾਈ ਰੇ। ਰਹਾਓ, ਜਿਵੇਂ ਰਹਾਓ ਦੀ ਤੁਕ ਸੈਂਟਰਲ ਨੁਕਤਾ ਹੁੰਦਾ ਹੈ ਸ਼ਬਦ ਦਾ ਸਮਝਣ ਦੇ ਲਈ, ਇਸੇ ਤਰ੍ਹਾਂ ਇਸ ਦੀ ਸ਼ੁਰੂਆਤ ਹੀ ਰਹਾਓ ਦੀ ਤੁਕ ਇਹ ਹੈ ਕਿ ਜਦੋਂ ਰੱਬ ਦੀ ਯਾਦ ਦੀ ਗੱਲ ਅੰਦਰ ਪੁੜ ਜਾਂਦੀ ਹੈ ਤੇ ਕੀ ਤਬਦੀਲੀ ਹੁੰਦੀ ਹੈ ਕਿ ਇਹ ਜਿਹੜੀ ਮਾਇਆ ਰੂਪੀ ਬਿੱਲੀ, ਜਿਹੜੀ ਕਿ ਅੰਦਰ ਬੈਠੀ ਲੋਭ ਦੇ ਵਿੱਚ ਰੱਤੀ ਹੋਈ ਚੂਹਿਆਂ ਨੂੰ ਖਾਂਦੀ ਸੀ, ਉਹ ਹੁਣ ਰਿਵਰਸ ਗੇਅਰ 'ਚ ਪੈ ਗਿਆ ਕਿ ਘਰ ਕੀ ਬਿਲਾਈ ਅਵਰ, ਜਿਹੜੀ ਦੂਜੇ ਦੀ ਸਿਖਾਈ ਹੋਈ ਮਾਇਆ ਦੇ ਪ੍ਰਭਾਵ 'ਚ ਸੀ, ਹੁਣ ਜਦੋਂ ਰੱਬ ਦੇ ਰੰਗ ਵਿੱਚ ਰੰਗਿਆ ਗਿਆ ਅੰਦਰ, ਤੇ ਫਿਰ ਮੂਸਾ ਦੇਖ ਡਰਾਈ ਰਹੇ। ਫਿਰ ਇਹ ਬਿੱਲੀ ਚੂਹੇ ਤੋਂ ਡਰ ਰਹੀ ਹੈ। ਇਹ ਨਹੀਂ ਹੈ ਕਿ ਚੂਹਾ ਬਿੱਲੀ ਚੂਹੇ ਨੂੰ ਖਾ ਰਹੀ ਹੈ, ਉਹ ਤਾਂ ਬਿੱਲੀ, ਮਾਇਆ ਰੂਪੀ ਬਿੱਲੀ ਜਦੋਂ ਰੱਬ ਦੇ ਨਾਂ ਦਾ ਅੰਦਰ ਵਾਸਾ ਹੋ ਜਾਂਦਾ ਫਿਰ ਚੂਹੇ ਤੋਂ ਵੀ ਡਰਦੀ ਹੈ। ਅੱਜ ਕਹਿ ਵਸ ਗੁਰ ਕੀਨੋ ਕਹਿਰ, ਕਹਿਰ ਕਹਿੰਦੇ ਨੇ ਸ਼ੇਰ ਨੂੰ, ਕਿ ਜਿੱਥੇ ਬੱਕਰੀ ਨੂੰ ਸ਼ੇਰ ਖਾਂਦਾ ਸੀ ਔਰ ਸ਼ੇਰ ਤੋਂ ਬੱਕਰੀ ਡਰਦੀ ਸੀ, ਹੁਣ ਜਿਹੜਾ ਉਹ ਸ਼ੇਰ ਹੈ, ਕਹਿਰ ਸ਼ੇਰ ਨੂੰ ਕਹਿੰਦੇ ਨੇ, ਕਿ ਉਸ ਸ਼ੇਰ ਨੂੰ ਬੱਕਰੀ ਤੋਂ ਡਰ ਲੱਗਦਾ ਹੈ, ਜਿਵੇਂ ਸ਼ੇਰ ਬੱਕਰੀ ਦੇ ਵਸ 'ਚ ਹੈ। ਕੂਕਰ ਤਿਨੈ ਲਗਾਈ ਰੇ, ਕਿ ਉਸ ਦੇ ਅੰਦਰ ਜਦੋਂ ਰੱਬ ਦੇ ਪਿਆਰ ਦਾ ਜਿਹੜਾ ਉਹ ਰੰਗ ਚੜ੍ਹਿਆ ਤੇ ਫਿਰ ਸ਼ੇਰ ਬੱਕਰੀ ਦੇ ਵਸ ਹੋਇਆ, ਬਿੱਲੀ ਚੂਹੇ ਤੋਂ ਡਰਨ ਲੱਗੀ। ਔਰ ਅਦਮ ਚੰਡਾਲੀ ਭਈ ਬ੍ਰਾਹਮਣੀ, ਅਦਮ ਜਿਹੜਾ ਨੀਵੇਂ ਹਿੱਸੇ ਨੂੰ ਕਹਿੰਦੇ ਨੇ, ਉਦਮ ਅਦਮ, ਜਿਵੇਂ ਆਰੂਜ਼ ਔਰ ਜਿਹੜਾ ਜਵਾਲ ਫਾਰਸੀ ਦੇ ਸ਼ਬਦ ਨੇ, ਇਵੇਂ ਹੀ ਉਦਮ ਤੇ ਅਦਮ ਨੇ। ਆਰੂਜ਼ ਚੜ੍ਹਾਈ ਹੈ ਔਰ ਜਵਾਲ ਗਿਰਾਵਟ ਹੈ। ਅਦਮ ਚੰਡਾਲ, ਹੁਣ ਜਿਹੜੀ ਜਿਹਨੂੰ ਸਮਾਜ ਦੇ ਵਿੱਚ ਸ਼ੂਦਰ ਜਾਂ ਚੰਡਾਲ ਕਿਹਾ ਜਾਂਦਾ ਹੈ, ਉਹ ਕਸਾਈ, ਉਹਨੂੰ ਨੀਵੀਂ ਜਾਤ ਮੰਨਿਆ ਜਾਂਦਾ। ਅਦਮ ਚੰਡਾਲੀ ਭਈ ਬ੍ਰਾਹਮਣੀ, ਕਿ ਇਹ ਰੱਬ ਦੇ ਨਾਂ ਦੀ ਹੈ ਕਿ ਵੀ ਜਿਹੜੀ ਅਦਮ ਹੈ ਚੰਡਾਲਣ, ਉਹ ਬ੍ਰਾਹਮਣੀ ਨਾਲੋਂ ਵੀ ਜਿਹੜੀ ਹੈ ਸ਼ੂਦੀ ਤੇ ਸ੍ਰਿਸ਼ਟਾਈ ਰਹੇ, ਜਿਹਨੂੰ ਸ਼ੂਦਰ ਬਣਾਇਆ ਹੋਇਆ ਸੀ ਉਹ ਤਾਂ ਸ੍ਰੇਸ਼ਟ ਹੋ ਗਈ, ਉੱਤਮ ਹੋ ਗਈ। ਪਾਤਾਲੀ ਆਕਾਸ਼ੀ ਸਖਣੀ,
ਲੈਬਰ ਬੂਝੀ ਖਾਈ ਰੇ, ਕਿ ਜਿਹੜੀ ਤ੍ਰਿਸ਼ਨਾ ਦੀ ਅੱਗ ਪਾਤਾਲ ਤੋਂ ਅਸਮਾਨ ਤੱਕ ਸੀ, ਜਿਹਨੇ ਇਨਸਾਨੀਅਤ ਨੂੰ, ਇਨਸਾਨ ਨੂੰ ਖਾਧਾ ਹੋਇਆ ਸੀ, ਉਹ ਬੁਝ ਗਈ ਅੱਗ, ਕਿਉਂਕਿ ਰੱਬ ਦੇ ਨਾਂ ਦੀ ਯਾਦ ਨੇ ਅੰਦਰ ਠੰਡ ਵਰਤਾ ਦਿੱਤੀ। ਔਰ ਅੱਗੋਂ ਫਿਰ ਇਹੀ ਜਿਹੜਾ ਉਲਟੀ ਗੰਗਾ ਬਹਿਣ ਦੀ ਗੱਲ ਹੈ ਕਿ ਸ਼ੇਰ ਤੋਂ ਜਿਹੜਾ ਬੱਕਰੀ ਤੋਂ ਸ਼ੇਰ ਡਰਦਾ ਹੈ, ਔਰ ਚੂਹੇ ਤੋਂ ਬਿੱਲੀ ਡਰਦੀ ਹੈ, ਔਰ ਅਦਮ ਚੰਡਾਲੀ ਜਿਹੜੀ ਹੈ ਚੰਡਾਲ ਉਹ ਬ੍ਰਾਹਮਣ ਹੋ ਗਿਆ। ਫਿਰ ਇਸੇ ਨੂੰ ਬਾਜ ਥੂਨੀਆਂ ਛਪਰਾ ਥਾਮਿਆ, ਨੀ ਘਰਿਆਂ ਘਰ ਪਾਇਆ ਰੇ, ਬਿਨ ਜੜੀਏ ਲੈ ਜੜਿਓ ਜੜਾਵਾ, ਥੇਵਾ ਅਚਰਜ ਲਾਇਆ ਰੇ। ਕਿ ਭਾਈ ਹੁਣ ਤਾਂ ਉਹ ਛੱਪਰ ਬਣ ਗਿਆ ਅੰਦਰ ਜਿਸ ਦੇ ਉੱਤੇ ਕੋਈ ਥੰਮਲੇ ਨਹੀਂ ਨੇ। ਨਹੀਂ ਤਾਂ ਅਸੀਂ ਹਮੇਸ਼ਾ ਹੀ ਸਪੋਰਟ ਪਿਲਰ ਇਸ ਲਈ ਖੜੇ ਕੀਤੇ ਜਾਂਦੇ ਨੇ ਕਿ ਉਸ ਨੂੰ ਠਹਿਰਾਵ ਹੋਏ। ਬਾਜ ਥੂਨੀਆਂ ਛੱਪਰਾ ਥਾਮਿਆ, ਥੂਨੀ ਕਹਿੰਦੇ ਨੇ ਥੰਮ ਨੂੰ, ਕਿ ਵੀ ਇਹ ਜਿਹੜਾ ਅੰਦਰ ਛੱਪਰ ਬਣਿਆ ਰੱਬ ਦੇ ਪਿਆਰ ਦੇ ਵਿੱਚ, ਇਸ ਦੇ ਕੋਈ ਥੰਮਲੇ ਨਹੀਂ ਨੇ। ਨੀ ਘਰਿਆਂ ਘਰ, ਜਿਹੜੇ ਬੇਘਰੇ ਸੀ ਉਹਨਾਂ ਦਾ ਘਰ ਬਣ ਗਏ। ਔਰ ਬਿਨ ਜੜੀਏ ਲੈ ਜੜਿਓ ਜੜਾਵਾ, ਜੜਾਵਾ ਸੁਨਿਆਰ ਨੂੰ ਕਹਿੰਦੇ ਨੇ ਕਿ ਹੁਣ ਸੁਨਿਆਰ ਜਿਹੜਾ ਹੈ ਉਹਨੇ ਕੋਈ ਸੋਨੇ ਦਾ ਕੰਮ ਕਰਕੇ ਨਗ ਨਹੀਂ ਲਾਇਆ, ਬਿਨਾਂ ਜੜਾਵਿਆਂ ਹੀ ਇਹ ਜਿਹੜਾ ਸੁਨਿਆਰੇ ਨੇ ਥੇਵਾ ਅਚਰਜ ਲਾਇਆ ਰੇ। ਥੇਵਾ ਕਹਿੰਦੇ ਨੇ ਨਗ ਨੂੰ, ਕਿ ਐਸਾ ਨਗ ਲਾ ਦਿੱਤਾ ਹੈ ਜਿਹੜਾ ਅਚਰਜ ਹੈ, ਜਿਸ ਨੂੰ ਪਹਿਲਾਂ ਕਿਸੇ ਨੇ ਕਦੇ ਦੇਖਿਆ ਹੀ ਨਹੀਂ ਕਿ ਇਸ ਲੈਵਲ ਦੀ ਇੰਨਾ ਖੂਬਸੂਰਤ ਜਿਹੜਾ ਜੂਲ ਹੈ, ਨਗ ਵੀ ਹੋ ਸਕਦਾ ਹੈ। ਦਾਦੀ ਦਾਤ ਨਾ ਪਹੁੰਚਣ ਹਾਰਾ, ਚੂਪੀ ਨਿਰਨੋ ਪਾਇਆ ਰੇ, ਮਾਲ ਦੁਲੇਚੇ ਬੈਠੀ ਲੈ ਮਿਰਤਕ, ਨੈਣ ਦਿਖਾਲਨ ਧਾਇਆ ਰੇ। ਦਾਦੀ ਹੁੰਦਾ ਹੈ ਦਾਦ ਫਰਿਆਦ ਕਰਨ ਵਾਲਾ, ਵੀ ਜਿਹੜਾ ਦਾਦ ਫਰਿਆਦਾਂ ਜਿਹੜਾ ਹਮੇਸ਼ਾ ਸ਼ਿਕਾਇਤਾਂ ਹੀ ਕਰਦਾ ਸੀ, ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ, ਦਾਦੀ ਦਾਦ ਨਾ ਪਹੁੰਚਣਾ, ਹੁਣ ਉਹ ਦਾਦ ਕਰਨ ਤੱਕ ਪਹੁੰਚਦਾ ਹੀ ਨਹੀਂ ਹੈ। ਉਹ ਕੀ ਕਰਦਾ? ਚੂਪੀ ਨਿਰਨੋ ਪਾਇਆ ਰੇ, ਉਹਨੂੰ ਉਹ ਚੁੱਪ ਕਰਕੇ ਬੈਠਾ, ਉਹਨੂੰ ਪਤਾ ਵੀ ਮੈਨੂੰ ਇਨਸਾਫ ਮਿਲ ਰਿਹਾ, ਬਿਨਾਂ ਬੋਲਿਆ ਹੀ, ਬਿਲਕੁਲ ਬਿਨਾਂ ਦਾਦ ਫਰਿਆਦ ਕੀਤੇ ਉਹਨੂੰ ਇਨਸਾਫ ਮਿਲ ਰਿਹਾ, ਇਸ ਲਈ ਉਹ ਚੁੱਪ ਬੈਠੇ। ਮਾਲ ਦੁਲੇਚਾ ਬੈਠੀ ਲੈ ਮਿਰਤਕ, ਨੈਣ ਦਿਖਾਲਨ ਧਾਇਆ ਰੇ। ਹੁਣ ਕੋਈ ਜਿਹੜੀ ਸ਼ਿਕਾਇਤ ਤਾਂ ਮੁੱਕ ਗਈ, ਔਰ ਦਲੀਚੇ ਮਲ ਕੇ ਜਿਹੜੀ ਸ਼ਿਕਾਇਤ ਕਰਨ ਵਾਲੀ ਰੂਹ ਸੀ ਉਹ ਤਾਂ ਹੁਣ ਇਸ ਕਦਰ ਬੈਠੀ ਹੈ ਉਸ ਟਿਕਾ ਦੇ ਅੰਦਰ ਕਿ ਉਹਨੂੰ ਹੁਣ ਕੋਈ ਚੀਜ਼ ਡਰਾ ਨਹੀਂ ਸਕਦੀ, ਉਹਨੂੰ ਘੂਰਦੀ ਨਹੀਂ ਹੈ ਕਿਸੇ 'ਚ। ਉਹ ਮਾਨੋ ਪਵਿੱਤਰ ਗਲੀਚੇ ਦੇ ਉੱਤੇ ਜਿਹੜਾ ਉਹ ਆਸਣ ਲਾ ਕੇ ਬੈਠੀ ਹੈ। ਸੋਈ ਅਜਾਨ ਕਹਿ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ, ਕਹ ਨਾਨਕ ਗੁਰ ਅਮਿਓ ਪਿਆਇਆ, ਰਸਕ ਰਸਕ ਬਿਗਸਾਨਾ ਰੇ। ਜਿਹੜਾ ਅਜਾਨ ਸੀ ਉਹਨੂੰ ਸਮਝ ਆ ਗਈ ਕਿ ਮੈਂ ਤਾਂ ਉਸ ਵਾਹਿਗੁਰੂ ਦੇ ਜਾਣਨ ਹਾਰ ਨਾਲ ਜੁੜ ਗਿਆ, ਕਿ ਮੈਨੂੰ ਤਾਂ ਹੁਣ ਮੈਂ ਅਜਾਣ ਨਹੀਂ ਰਿਹਾ, ਮੈਂ ਤਾਂ ਗਿਆਨਵਾਨ ਹੋ ਗਿਆ, ਮੈਨੂੰ ਹਰ ਚੀਜ਼ ਦੀ ਸੋਝੀ ਗੁਰੂ ਨੇ ਦਿੱਤੀ ਹੈ। ਕਹ ਨਾਨਕ ਗੁਰ ਅਮਿਓ ਪਿਆਇਆ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰੂ ਨੇ, ਅਕਾਲ ਪੁਰਖ ਨੇ ਰਹਿਮਤ ਕਰਕੇ ਐਸਾ ਨਾਮ ਦਾ ਅੰਮ੍ਰਿਤ ਪਿਆਇਆ। ਅਮਿਓ ਉਹ ਅੰਮ੍ਰਿਤ ਗੁਰੂ ਨੇ ਰਹਿਮਤ ਕਰਕੇ ਪਿਆਇਆ। ਰਸਕ ਰਸਕ ਬਿਗਸਾਨਾ ਰੇ। ਰਸਕ ਰਸਕ ਹੁੰਦਾ ਸਵਾਦ ਲੈ ਲੈ ਕੇ, ਜਿਵੇਂ ਅਸੀਂ ਕੋਈ ਚੀਜ਼ ਜਿਹੜਾ ਉਹ ਸਵਾਦ ਲੈ ਲੈ ਕੇ ਖਾਂਦੇ, ਜਿਹਨੂੰ ਕਹਿੰਦੇ ਚਸਕੇ ਲੈ ਲੈ ਕੇ ਖਾਂਦੇ। ਰਸਕ ਰਸਕ, ਰਸ ਰਸ ਦੇ ਵਿੱਚ ਬਿਗਸਾਨਾ ਰੇ। ਬਿਗਸਾ ਖੇੜੇ 'ਚ ਖੁਸ਼ੀ 'ਚ ਹੋਣਾ, ਕਿ ਜਿਸ ਨੂੰ ਰੱਬ ਦੇ ਪਿਆਰ ਦਾ ਅਮਿਓ ਮਿਲ ਜਾਂਦਾ ਹੈ, ਅੰਮ੍ਰਿਤ ਮਿਲ ਜਾਂਦਾ ਹੈ, ਉਸ ਦੇ ਅੰਦਰ ਇਹ ਤਬਦੀਲੀ ਹੁੰਦੀ ਹੈ ਕਿ ਚੰਡਾਲਨ ਬ੍ਰਾਹਮਣੀ ਹੋ ਜਾਂਦੀ ਹੈ, ਅੱਜ ਬੱਕਰੀ ਜਿਹੜੀ ਹੈ ਉਹ ਸ਼ੇਰ ਹੋ ਜਾਂਦੀ ਹੈ, ਪਤਾਲ ਆਕਾਸ਼ ਤੱਕ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਉਹ ਸਾਰੀ ਬੁਝ ਜਾਂਦੀ ਹੈ। ਉਸ ਦੇ ਅੰਦਰ ਇਵੇਂ ਹੀ ਹੁੰਦਾ ਜਿਵੇਂ ਮਾਨੋ ਬਿਨਾਂ ਥੰਮਲਿਆਂ ਤੋਂ ਛੱਪਰ ਹੈ, ਬਿਨਾਂ ਜੜਿਆ ਨਗ ਜੜਿਆ ਗਿਆ, ਉਸ ਦੀ ਕੋਈ ਦਾਦ ਫਰਿਆਦ, ਕੋਈ ਸ਼ਿਕਾਇਤ ਨਹੀਂ ਰਹਿੰਦੀ। ਉਸ ਨੂੰ ਇੱਕ ਆਨੰਦ ਹੁੰਦਾ ਹੈ, ਔਰ ਉਹ ਵਾਹਿਗੁਰੂ ਦੀ ਰਹਿਮਤ ਦੇ ਨਾਲ ਉਸ ਦੇ ਵਿੱਚ ਗੁੜੁੰਦ ਹੁੰਦਾ ਹੈ। ਕਹੋ ਨਾਨਕ ਗੁਰ ਅਮਿਓ ਪਿਆਇਆ, ਰਸਕ ਰਸਕ ਬਿਗਸਾਨਾ ਰੇ। ਉਹ ਪੂਰਾ ਸਵਾਦ ਲੈ ਲੈ ਕੇ ਉਸ ਵਾਹਿਗੁਰੂ ਦੇ ਨਾਮ ਦਾ ਆਨੰਦ ਮਾਣਦਾ ਹੈ। ਦਿਨ ਰਾਤ ਉਸ ਦੇ ਅੰਦਰ ਉਸ ਆਨੰਦ ਦਾ ਝਰਨਾ, ਅਮਿਓ ਰਸ ਦਾ ਝਰਨਾ, ਉਸ ਆਨੰਦ ਦਾ ਰਸ ਹੁੰਦਾ, ਤੇ ਉਸ ਦੇ ਅੰਦਰ ਇਹ ਪ੍ਰੇਮ ਕੇ ਸਰ ਲਾਗੇ ਘਟ ਭੀਤਰ। ਉਸ ਦੇ ਅੰਦਰ ਇਵੇਂ ਹੁੰਦਾ ਮਾਨੋ ਪਿਆਰ ਦੇ ਕਈ ਚਸ਼ਮੇ, ਕਈ ਜਿਹੜੇ ਨੇ ਆਪਸਾਰ ਉਸ ਅੰਦਰ ਫੁੱਟ ਜਾਂਦੇ ਨੇ, ਤੇ ਇਹ ਭਰਮ ਕਾਟਿਆ ਜਾਈ, ਤੇ ਇਹ ਅੰਦਰੋਂ ਜਿਹੜਾ ਸ਼ੰਕਾ ਸੀ, ਸ਼ੱਕ ਸੀ, ਡੁਅਲਿਟੀ ਸੀ, ਦੁਬਿਧਾ ਸੀ, ਉਹ ਸਭ ਖਤਮ ਹੋ ਜਾਂਦੀ ਹੈ। ਤੇ ਉਸ ਇਹੀ ਹੁੰਦਾ ਕਿ ਨਾਮ ਰਸ ਪੀਆ ਰੇ,
ਜਹ ਰਸ ਬਿਸਰ ਗਏ ਰਸ ਔਰ। ਜੀ ਡਾਕਟਰ ਮੈਂ ਸਾਹਿਬ ਨਾਮ ਦਾ ਰਸ ਪੀਤਾ ਹੈ ਤੇ ਹੋਰ ਸਾਰੇ ਸਵਾਦ ਜਿਹੜੇ ਨੇ ਫਿੱਕੇ ਹੋ ਉਹ ਗਏ। ਖਤਮ ਹੋ ਗਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 4, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਕੀ